सत्कारयोग साध संगत जी, 10 जून सूबा साहिब सिंह होरां दी याद दा दिन। 10 जून 1879 सूबा साहिब सिंह left for heavenly abode। 10 ਜੂਨ 1879 ਨੂੰ ਸੂਬਾ ਸਾਹਿਬ ਸਿੰਘ ਹਜ਼ਾਰੀਬਾਗ ਦੀ ਜੇਲ੍ਹ ਵਿਖੇ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਗਏ। ਸੂਬਾ ਸਾਹਿਬ ਸਿੰਘ ਹੁਣਾਂ ਬਾਰੇ ਕੁਝ ਗੱਲਾਂ ਆਪਾਂ ਅੱਜ ਸਾਂਝੀਆਂ ਕਰਾਂਗੇ। ਸੂਬਾ ਜੀ ਬਾਰੇ ਉਸ ਸਮੇਂ ਦੀ ਸਰਕਾਰ ਦਾ ਕੀ ਨਜ਼ਰੀਆ ਸੀ, ਸਰਕਾਰ ਦਾ ਕੀ ਪਰਸਪੈਕਟਿਵ ਸੀ। ਆਪਾਂ ਚੱਲਦੇ ਹਾਂ 1867 ਦੀਵਾਲੀ ਮੇਲਾ। ਸਤਿਗੁਰੂ ਰਾਮ ਸਿੰਘ ਜੀ ਨੇ ਸੰਗਤਾਂ ਨੂੰ ਦੀਵਾਲੀ 1867 ਅੰਮ੍ਰਿਤਸਰ ਪਹੁੰਚਣ ਦਾ ਹੁਕਮ ਕੀਤਾ। ਸਰਕਾਰ ਦੀ ਨਜ਼ਰਬੰਦੀ ਦੇ ਖਿਲਾਫ ਸਤਿਗੁਰੂ ਜੀ ਦਾ ਇਹ ਸਤਿਆਗ੍ਰਹਿ ਸੀ, ਪੈਸਿਵ ਰੈਜ਼ਿਸਟੈਂਸ। ਇਸ ਮੇਲੇ ਤੇ ਸਰਕਾਰ ਵੱਲੋਂ ਪੁਲਿਸ ਪ੍ਰਬੰਧ ਦੀ ਜ਼ਿੰਮੇਵਾਰੀ ਕੈਪਟਨ ਮੈਂਸਿਸ ਦੇ ਨਾਮ ਸੀ। ਕੈਪਟਨ ਮੈਂਸਿਸ ਨੇ ਸਾਰੀ ਸਥਿਤੀ ਨੇੜਿਓਂ ਦੇਖੀ, ਧਿਆਨ ਨਾਲ ਦੇਖੀ, ਗੌਰ ਨਾਲ ਦੇਖੀ ਤੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ, ਸਾਹਿਬ ਸਿੰਘ ਗੁਰੂ ਰਾਮ ਸਿੰਘ ਦਾ ਮੰਨਿਆ ਹੋਇਆ ਜਾਨਸ਼ੀਨ ਹੈ। ਸਾਹਿਬ ਸਿੰਘ is the expected successor of ਗੁਰੂ ਰਾਮ ਸਿੰਘ। ਸੂਬਾ ਸਾਹਿਬ ਸਿੰਘ ਹੁਰਾਂ ਨੂੰ ਐਕਸਪੈਕਟਡ ਸਕਸੈਸਰ ਜਾਂ ਨੰਬਰ 2 ਸਮਝਣ ਵਾਲੀ ਸਿਰਫ ਇਹ ਇੱਕ ਰਿਪੋਰਟ ਨਹੀਂ ਹੈ, ਸਿਰਫ ਇਹ ਇੱਕ ਲਿਖਤ ਨਹੀਂ ਹੈ। 1875 ਉਦੋਂ ਸੂਬਾ ਜੀ ਜੇਲ੍ਹ 'ਚ ਸਨ, ਹਜ਼ਾਰੀਬਾਗ। ਉਦੋਂ ਸੂਬਾ ਜੀ ਦੀ ਤਬੀਅਤ ਵੀ ਠੀਕ ਨਹੀਂ ਸੀ। ਉਦੋਂ ਵੀ ਪੰਜਾਬ ਗਵਰਨਮੈਂਟ ਦੇ ਸੈਕਟਰੀ ਨੇ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਕਿ ਸੂਬਾ ਜੀ ਇਜ਼ ਨੰਬਰ 2, ਡੋਂਟ ਰਿਲੀਜ਼ ਹਿਮ ਫਰੋਮ ਪ੍ਰਿਜ਼ਨ। ਇਹਨਾਂ ਨੂੰ ਜੇਲ੍ਹ ਤੋਂ ਰਿਹਾ ਨਾ ਕਰੋ। ਇਹ ਸੂਬਾ ਜੀ ਦਾ ਰੈਂਕ ਸੀ ਅੰਗਰੇਜ਼ਾਂ ਦੀ ਨਜ਼ਰ ਦੇ ਵਿੱਚ। ਸਵਾਲ ਆਉਂਦਾ ਹੈ, ਇਸ ਤਰ੍ਹਾਂ ਦਾ ਰੈਂਕ ਕਿਉਂ ਸੀ? ਸੂਬਾ ਜੀ ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਸੀ ਜਿਨ੍ਹਾਂ ਕਰਕੇ ਸਰਕਾਰ ਦੀ ਨਜ਼ਰ ਦੇ ਵਿੱਚ ਸੂਬਾ ਜੀ ਵੀ ਉਹਨਾਂ ਦੇ ਰਾਜ ਲਈ ਬਹੁਤ ਖਤਰਨਾਕ ਸਨ। ਜਥੇਬੰਦੀ ਦੇ ਵਿੱਚ, ਨਾਮਧਾਰੀ ਜਥੇਬੰਦੀ ਵਿੱਚ ਉਹਨਾਂ ਨੂੰ ਨੰਬਰ 2 ਸਰਕਾਰ ਸਮਝਦੀ ਸੀ। ਕਿਸੇ ਵੀ ਸਰਕਾਰ ਨੂੰ ਚਲਾਉਣ ਦੇ ਵਿੱਚ ਕੁਝ ਰੋਲ ਇੰਪੋਰਟੈਂਟ ਨੇ। ਮਸਲਨ ਫੋਰਨ ਅਫੇਅਰਸ, what sort of relation we develop with foreign countries, how do we maintain them? Foreign relations important role है। ਹੋਰ ਇੰਪੋਰਟੈਂਟ ਰੋਲ ਹੈ ਹੋਮ ਅਫੇਅਰਸ। ਇੱਕ ਹੋਰ ਇੰਪੋਰਟੈਂਟ ਰੋਲ ਹੈ ਕਮਿਊਨੀਕੇਸ਼ਨਸ। ਮੈਂ ਕਈ ਵਾਰ ਸੋਚਦਾ ਵਾਂ, ਸਤਿਗੁਰੂ ਰਾਮ ਸਿੰਘ ਜੀ ਨੇ ਸੂਬਾ ਸਾਹਿਬ ਸਿੰਘ ਨੂੰ ਨੇਪਾਲ ਭੇਜਿਆ, ਨੇਪਾਲ ਦੇ ਨਰੇਸ਼ ਕੋਲ। ਉੱਥੇ ਜਾ ਕੇ ਸੰਧੀ ਕਰਕੇ ਆਓ, ਐਗਰੀਮੈਂਟ ਕਰਕੇ ਆਓ। ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ ਤਾਂ ਕਿ ਉੱਥੇ ਨਾਮਧਾਰੀਆਂ ਦੀ ਪ੍ਰੈਜ਼ੈਂਸ ਬਣ ਸਕੇ, ਤਾਂ ਕਿ ਉੱਥੋਂ ਦੇ ਰਾਜਾ ਨਰੇਸ਼ ਦੇ ਮਨ ਵਿੱਚ ਨਾਮਧਾਰੀਆਂ ਪ੍ਰਤੀ ਸਿੰਪਥੀ ਹੋਵੇ। ਜਦੋਂ ਲੋੜ ਪਏਗੀ ਉਦੋਂ ਅਸੀਂ ਉਹਨਾਂ ਕੋਲੋਂ ਸਹਾਇਤਾ ਲੈ ਸਕੀਏ ਆਜ਼ਾਦ ਕਰਵਾਉਣ ਲਈ ਪੰਜਾਬ ਨੂੰ, ਭਾਰਤ ਨੂੰ। ਅਠਾਰਾਂ ਸੌ 70 ਵਿੱਚ ਸਤਿਗੁਰੂ ਜੀ ਨੇ ਸੂਬਾ ਸਾਹਿਬ ਸਿੰਘ ਨਾਲ ਸੂਬਾ ਕਾਹਨ ਸਿੰਘ ਕੁਝ ਜਿਹੜੇ ਨੇ ਵੈਲਿਊਏਬਲ ਗਿਫਟਸ ਦੇ ਕੇ ਭੇਜਿਆ ਕਿ ਨੇਪਾਲ ਦੇ ਨਰੇਸ਼ ਦੇ ਨਾਲ ਗੱਲਬਾਤ ਕਰਕੇ ਆਓ। ਫੋਰਨ ਰਿਲੇਸ਼ਨਸ। ਸ੍ਰੀ ਭੈਣੀ ਸਾਹਿਬ ਦੀ ਮੁਕੰਮਲ ਪ੍ਰਬੰਧ ਦੀ ਜ਼ਿੰਮੇਵਾਰੀ 1862 onwards ਸਤਿਗੁਰੂ ਜੀ ਨੇ ਸੂਬਾ ਸਾਹਿਬ ਸਿੰਘ ਨੂੰ ਸੌਂਪੀ ਸੀ। ਹੋਮ ਅਫੇਅਰਸ ਸਿਰਫ ਉਹੀ ਨਹੀਂ, ਭੈਣੀ ਸਾਹਿਬ ਪੰਜਾਬ ਦੇ ਵਿੱਚ ਹੋਰ ਜਿਹੜਾ ਦੌਰੇ ਤੇ ਹੋਰ ਕਈ ਚੀਜ਼ਾਂ ਦਾ ਪ੍ਰਬੰਧ ਸੂਬਾ ਜੀ ਦੇਖਦੇ ਸਨ। ਤੇ ਤੀਸਰਾ, ਕੂਕਾ ਡਾਕ ਪ੍ਰਬੰਧ, ਕੂਕਾ ਪੋਸਟਲ ਸਿਸਟਮ।
अंग्रेज़ ਇਹ ਮੰਨਦੇ ਨੇ, अंग्रेज़ां ਦੀਆਂ ਰਿਪੋਰਟਸ 'ਚ ਕਿ ਕੂਕਾ ਡਾਕ ਪ੍ਰਬੰਧ ਨਾਲ ਪੰਜਾਬ ਦੇ ਕਿਸੇ ਵੀ ਇੱਕ ਪਾਸੇ ਤੋਂ ਦੂਜੇ ਪਾਸੇ ਤੱਕ ਚਿੱਠੀ ਜਿਹੜੀ ਹੈ ਉਹ 24 ਘੰਟੇ ਦੇ ਵਿੱਚ ਪਹੁੰਚ ਜਾਂਦੀ ਹੈ ਤੇ ਸਾਨੂੰ ਪਤਾ ਨਹੀਂ ਲੱਗਦਾ। ਸਾਡੀ ਚਿੱਠੀ ਪਹੁੰਚੇ ਉਸ ਤੋਂ ਛੇਤੀ, ਉਸ ਤੋਂ ਪਹਿਲੇ ਕੂਕਾ ਡਾਕ ਪ੍ਰਬੰਧ ਰਾਹੀਂ ਚਿੱਠੀ ਪਹੁੰਚ ਜਾਂਦੀ ਹੈ। ਇਸ ਕੂਕਾ ਡਾਕ ਪ੍ਰਬੰਧ ਦਾ ਪ੍ਰਬੰਧ ਜਿਹੜਾ ਹੈ ਉਹ ਸੂਬਾ ਸਾਹਿਬ ਸਿੰਘ ਦੇ ਜ਼ਿੰਮੇ ਸੀ। ਡਾਕ ਪ੍ਰਬੰਧ ਨਾਲ ਜੁੜੀ ਇੱਕ ਗੱਲ ਆਪਾਂ ਹੋਰ ਕਰੀਏ, ਕਿਸੇ ਵੀ ਧਾਰਮਿਕ ਲਹਿਰ ਲਈ ਕੀ ਆਪਣਾ ਨਿੱਜੀ ਡਾਕ ਪ੍ਰਬੰਧ ਦੀ ਲੋੜ ਹੈ? ਡਾਕ ਪ੍ਰਬੰਧ ਦੀ ਲੋੜ ਤੇ ਉਹਨੂੰ ਹੈ, ਉਸ ਲਹਿਰ ਨੂੰ ਜਿਨਨੇ ਮੈਸੇजेस ਭੇਜਣੇ ਨੇ ਸਰਕਾਰ ਤੋਂ ਲੁਕਾ ਕੇ, ਸਰਕਾਰ ਨੂੰ ਪਤਾ ਨਾ ਲੱਗੇ, ਤਾਂ ਕਿ ਸਰਕਾਰ ਦੇ ਖਿਲਾਫ, ਸਰਕਾਰ ਨੂੰ ਬਦਲਣ ਲਈ, ਸਰਕਾਰ ਨੂੰ ਹਿਲਾਉਣ ਲਈ, ਸਰਕਾਰ ਨੂੰ ਚੇਂਜ ਕਰਨ ਲਈ ਜੋ ਮੈਸੇजेस ਭੇਜੇ ਜਾ ਰਹੇ ਨੇ ਉਹ ਸਰਕਾਰ ਕੋਲ ਨਾ ਪਹੁੰਚਣ। ਕੂਕਾ ਲਹਿਰ ਦੇ ਵਿੱਚ ਕੂਕਾ ਲਹਿਰ ਦਾ ਆਪਣਾ ਡਾਕ ਪ੍ਰਬੰਧ ਹੋਣਾ ਹੀ ਇਹ ਇੰਡੀਕੇਟ ਕਰਦਾ ਹੈ ਕਿ ਇਹ ਸਿਰਫ ਧਾਰਮਿਕ ਲਹਿਰ ਨਹੀਂ ਸੀ, ਇਹ ਰਾਜਸੀ ਲਹਿਰ ਵੀ ਹੈ। ਖੈਰ, ਇਹ ਤਿੰਨੋਂ ਪ੍ਰਬੰਧ ਸੂਬਾ ਸਾਹਿਬ ਸਿੰਘ ਦੇਖਦੇ ਸਨ। ਪ੍ਰੋਮੀਨੈਂਟ ਰੋਲ ਮਲੇਰਕੋਟਲਾ, ਉਸ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਜੀ ਨੂੰ ਜਲਾਵਤਨ ਕੀਤਾ ਗਿਆ। 18 ਜਨਵਰੀ 1872 ਸ੍ਰੀ ਭੈਣੀ ਸਾਹਿਬ ਤੋਂ ਗੱਡੇ ਤੇ ਬੈਠ ਕੇ ਤੁਰੇ। ਸਤਿਗੁਰੂ ਜੀ ਦੇ ਨਾਲ ਉਸੇ ਗੱਡੇ ਤੇ ਸੂਬਾ ਸਾਹਿਬ ਸਿੰਘ ਵੀ ਨਾਲ ਸਨ। ਬੰਗਾਲ ਰੈਗੂਲੇਸ਼ਨ ਐਕਟ ਜੋ ਸਤਿਗੁਰੂ ਜੀ ਤੇ ਲਗਾਇਆ ਗਿਆ, ਉਹੀ ਸੂਬਾ ਸਾਹਿਬ ਸਿੰਘ ਤੇ ਹੋਰ ਸੂਬਿਆਂ ਤੇ ਵੀ ਲਗਾਇਆ ਗਿਆ। ਬੰਗਾਲ ਰੈਗੂਲੇਸ਼ਨ ਐਕਟ ਕੀ ਹੈ? ਬੰਗਾਲ ਰੈਗੂਲੇਸ਼ਨ 1818, ਬੰਗਾਲ ਰੈਗੂਲੇਸ਼ਨ 3rd 1818 ਐਕਟ। ਇਹ ਐਕਟ ਹੈ ਕਿ ਜੇ ਸਰਕਾਰ ਨੂੰ ਕਿਸੇ ਦੇ ਖਿਲਾਫ ਕੋਈ ਸਬੂਤ ਨਾ ਮਿਲੇ, ਕੋਈ ਐਵੀਡੈਂਸ ਨਾ ਮਿਲੇ, ਸਰਕਾਰ ਉਹਨੂੰ ਵੀ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਸਕਦੀ ਹੈ। ਮੀਨਸ ਸਰਕਾਰ ਕਿਸੇ ਨੂੰ ਕਦੀ ਵੀ ਬਿਨਾਂ ਕਿਸੇ ਪ੍ਰੂਫ ਦੇ ਉਹ ਚੁੱਕ ਕੇ ਜੇਲ੍ਹ 'ਚ ਸੁੱਟ ਸਕਦੀ ਹੈ। ਇਹ ਉਹ ਬੰਗਾਲ ਰੈਗੂਲੇਸ਼ਨ ਐਕਟ 1818 ਜਿਹਦੇ ਅਧੀਨ ਸਤਿਗੁਰੂ ਜੀ ਨੂੰ ਤੇ ਹੋਰ ਪ੍ਰਧਾਨ ਸੂਬਿਆਂ ਨੂੰ, ਨਾਲ ਸੂਬਾ ਸਾਹਿਬ ਸਿੰਘ ਵੀ, ਉਹਨਾਂ ਨੂੰ ਜਲਾਵਤਨ ਕੀਤਾ ਗਿਆ। 1818 ਦਾ ਬਣਿਆ ਇਹ ਐਕਟ ਪਹਿਲੀ ਵਾਰ ਵਰਤਿਆ ਕਦੋਂ ਗਿਆ? 1872 ਸਤਿਗੁਰੂ ਜੀ ਅਤੇ ਸੂਬਿਆਂ ਤੇ। In 54 years this act was never used। ਉਸ ਤੋਂ ਬਾਅਦ ਵੀ ਸ਼ਾਇਦ ਇਹ ਨਹੀਂ ਵਰਤਿਆ ਗਿਆ। ਖੈਰ, ਸੂਬਾ ਜੀ ਨੂੰ ਇਨੀਸ਼ਲੀ ਇਲਾਹਾਬਾਦ ਤੋਂ ਸਤਿਗੁਰੂ ਜੀ ਨੂੰ ਮਾਰਚ ਵਿੱਚ ਕੈਲਕਟਾ ਰਾਹੀਂ ਰੰਗੂਨ ਭੇਜਿਆ ਗਿਆ ਤੇ ਸੂਬਾ ਸਾਹਿਬ ਸਿੰਘ ਨੂੰ ਇਲਾਹਾਬਾਦ ਤੋਂ ਐਡਨ ਉੱਥੇ ਭੇਜਿਆ ਗਿਆ। ਨਾਲ ਸੂਬਾ ਕਾਹਨ ਸਿੰਘ ਵੀ ਸਨ। ਐਡਨ ਗਰਮੀ ਬੜੀ ਹੁੰਦੀ ਹੈ, ਇਟ ਇਜ਼ ਪ੍ਰੈਟੀ ਹੌਟ। ਦੁਬਈ ਉਹੀ ਇਲਾਕਾ ਹੈ ਤੇ ਉਸ ਗਰਮੀ ਦੇ ਵਿੱਚ ਸੂਬਾ ਜੀ ਦੀ ਤਬੀਅਤ ਕੁਝ ਖਰਾਬ ਰਹਿਣ ਲੱਗ ਪਈ ਗਰਮੀ ਕਰਕੇ। ਉੱਥੋਂ ਦੀ ਸਰਕਾਰ ਨੇ ਵਾਪਸ ਸੂਬਾ ਜੀ ਨੂੰ 1875 ਦੇ ਵਿੱਚ ਇਲਾਹਾਬਾਦ ਦੇ ਰਾਹੀਂ ਹਜ਼ਾਰੀਬਾਗ ਜੇਲ੍ਹ ਵਿੱਚ ਭੇਜਿਆ। ਦੋਨੋਂ ਸੂਬੇ ਸੀਗੇ ਤੇ ਹਜ਼ਾਰੀਬਾਗ ਜੇਲ੍ਹ 'ਚ, ਬਟ ਸਰਕਾਰ ਦੀ ਇੰਨੀ ਸਖਤੀ ਸੀ ਕਿ ਦੋਨੋਂ ਇੱਕ ਦੂਜੇ ਨੂੰ ਮਿਲ ਨਹੀਂ ਸਕਦੇ ਸਨ, ਗੱਲ ਨਹੀਂ ਕੋਈ ਕਰ ਸਕਦੇ ਸਨ। ਇਸ ਤਰ੍ਹਾਂ ਦਾ ਸਰਕਾਰ ਦੇ ਮਨ 'ਚ ਡਰ ਸੀ। ਇੱਥੇ ਹੀ ਸੂਬਾ ਜੀ ਨੂੰ ਡਾਇਗਨੋਜ਼ ਹੋਇਆ ਡਾਇਬਟੀਜ਼ 1875, ਸੇਮ ਈਅਰ 1875। ਤੇ ਉਦੋਂ ਹੀ ਇੱਕ ਗੱਲ ਇਹ ਹੋਈ ਕਿ ਸੂਬਾ ਜੀ ਨੂੰ ਅਸੀਂ ਜੇਲ੍ਹ 'ਚੋਂ ਰਿਹਾ ਕਰ ਦਈਏ, ਤੇ ਸੈਕਟਰੀ ਪੰਜਾਬ ਗਵਰਨਮੈਂਟ ਨੇ ਗਵਰਨਮੈਂਟ ਆਫ ਇੰਡੀਆ ਨੂੰ ਲਿਖਿਆ ਕਿ ਨਾ ਕਰੋ। ਕਿਉਂ? ਬਿਕੋਜ਼ ਦੇ ਕੰਸੀਡਰਡ ਸੂਬਾ ਜੀ ਐਜ਼ ਨੰਬਰ 2 ਇਨ ਦੀ ਹਾਇਰਾਰਕੀ, ਇਨ ਦੀ ਜਥੇਬੰਦੀ। ਖੈਰ, ਰੱਬ ਦਾ ਭਾਣਾ 10 ਜੂਨ 1879, 10th of June 1879 ਸੂਬਾ ਜੀ ਏਸੀ ਜੇਲ੍ਹ ਦੇ ਵਿੱਚ ਚੜ੍ਹਾਈ ਕਰ ਗਏ। ਸੂਬਾ ਜੀ ਬਾਰੇ
ਭਾਈ ਖਜ਼ਾਨ ਸਿੰਘ ਲਿਖਦੇ ਨੇ, ਸੰਗਤਾਂ ਬਣਾਈਆਂ ਗੁਰੂ ਰਾਮ ਸਿੰਘ ਚਾਰ ਤਰਫ, ਸਾਹਿਬ ਸਿੰਘ ਲਾਡਲਾ ਸਪੂਤ ਜਾ ਕੋ ਸੁੱਤ ਸੀ। ਸੁੱਤ ਮਤਲਬ ਬੇਟਾ, ਸੁੱਤ ਮਤਲਬ ਪੁੱਤਰ। ਸਾਹਿਬ ਸਿੰਘ ਲਾਡਲਾ ਸਪੂਤ ਜਾ ਕੋ ਸੁੱਤ ਸੀ। ਇੰਨੀ ਨੇੜਤਾ, ਇੰਨੀ ਕਿਰਪਾ ਸਤਿਗੁਰੂ ਰਾਮ ਸਿੰਘ ਜੀ ਦੀ ਸੂਬਾ ਸਾਹਿਬ ਸਿੰਘ ਤੇ। ਸੰਤ ਨਿਧਾਨ ਸਿੰਘ ਆਲਮ ਸੂਬਾ ਸਾਹਿਬ ਸਿੰਘ ਨੂੰ ਪ੍ਰਧਾਨ ਸੂਬਾ ਲਿਖਦੇ ਨੇ। ਇਸ ਤਰ੍ਹਾਂ ਦੀ ਉਹਨਾਂ ਦੀ ਸ਼ਖਸੀਅਤ, ਇਸ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤੇ। ਤੇ ਆਪਾਂ ਇੱਕ ਕੰਮ ਕਰੀਏ ਕਿ ਮਿਟ ਗਏ ਜੋ ਵਤਨ ਦੀ ਇੱਜ਼ਤ ਲਈ, ਯਾਦ ਉਹਨਾਂ ਦੀ ਸਦਾ ਸੱਜਰੀ ਰਹੇ, ਸਦਾ ਮਗਦੀ ਰਹੇ। ਅਸੀਂ ਉਹਨਾਂ ਦੀ ਯਾਦ ਸਦਾ ਤਾਜ਼ੀ ਰੱਖੀਏ। ਇੱਕ ਵਾਰ ਆਖੀਏ, ਧੰਨ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਦੇ ਵਰਸਾਏ ਸਿੱਖ ਨੇ ਸੂਬਾ ਸਾਹਿਬ ਸਿੰਘ।